ਆਪਣੇ ਘਰ ਨੂੰ ਚਲਾਉਣ ਲਈ ਨੌਕਰੀ ਦਾ ਸਹਾਰਾ ਲੈਂਦੀਆਂ ਹਨ ਤੇ ਦੂਜੇ ਪਾਸੇ ਕੁਝ ਇਹੋ ਜਿਹੇ ਵੀ ਇਨਸਾਨ ਹਨ ਜੋ ਕਿ ਔਰਤਾਂ ਤੇ ਗਲਤ ਨਿਗਾਹ ਰੱਖਦੇ ਹਨ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਜ਼ਿਲ੍ਹਾ ਪਠਾਨਕੋਟ ਦੇ CHC ਸੁਜਾਨਪੁਰ ਦੇ ਹਸਪਤਾਲ ਦੇ ਵਿੱਚ ANM ਸਰਬਜੀਤ ਕੌਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡਾਕਟਰ ਅਜੇ ਗਰਗ ਮੈਡੀਕਲ ਅਫਸਰ ਨੇ ਉਸ ਦੇ ਨਾਲ ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਹਸਪਤਾਲ ਦੇ ਕਮਰੇ ਵਿੱਚ ਬੰਦ ਕਰ ਦਿੱਤਾ, ਪਰ ਸਰਬਜੀਤ ਉਸ ਦੇ ਚੰਗੁਲ ਵਿੱਚੋਂ ਬਚ ਕੇ ਨਿਕਲ ਗਈ ਤੇ ਉਸ ਘਟਨਾ ਦੀ ਸਾਰੀ ਜਾਣਕਾਰੀ SMO ਡਾਕਟਰ ਨੀਤੂ ਸ਼ਰਮਾ CHC ਸੁਜਾਨਪੁਰ ਨੂੰ ਦਿੱਤੀ ਅਤੇ ਉਸਨੇ ਡਾਕਟਰ ਅਜੇ ਗਰਗ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਤੇ ਸਰਬਜੀਤ ਦਾ ਕਹਿਣਾ ਹੈ ਕਿ ਅਗਰ ਡਾਕਟਰ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਸੜਕਾਂ ਤੇ ਧਰਨੇ ਲਾਉਣਗੇ ਤੇ ਭੁੱਖ ਹੜਤਾਲਾਂ ਤੱਕ ਜਾਣਗੇ ਤੇ ਅਗਰ ਕੋਈ ਵੀ ਘਟਨਾ ਹੋਵੇਗੀ ਉਸ ਦੀ ਸਾਰੀ ਜ਼ਿੰਮੇਵਾਰੀ ਡਾਕਟਰ ਅਜੇ ਗਰਗ ਦੀ ਹੋਵੇਗੀ। ਬੇਨਤੀ ਹੈ ਕਿ ਸਾਡੀ ਇੱਕ ਲੜਕੀ ਸਮਾਜ ਦੀ ਕਿ ਜਿਹੜੀ 12 ਸਾਲ ਤੋਂ ਸਿਵਲ ਹਸਪੀਟਲ ਪਠਾਨਕੋਟ ਆਪਣੀ ਇਮਾਨਦਾਰੀ ਨਾਲ ਕੰਮ ਕਰ ਰਹੀ ਸੀ ਔਰ ਇੱਥੇ ਜਦੋਂ ਕਰੋਨਾ ਦਾ ਕਹਿਰ ਵਸਿਆ ਪੂਰੇ ਵਰਲਡ ਦੇ ਵਿੱਚ ਔਰ ਉਸ ਕਹਿਰ ਦੇ ਵਿੱਚ ਆਪਣੇ ਬੱਚਿਆਂ ਦੀ ਪਰਵਾਹ ਨਾ ਕਰਦੀ ਹੋਈ ਆਪਣੀ ਡਿਊਟੀ ਦੀ ਪਾਬੰਦ ਹੋਣ ਦੇ ਕਾਰਨ ਉਹਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਹੈ। ਸਾਡੇ ਕਬੀਲਿਆਂ ਦੇ ਲੋਕ 70 ਸਾਲ ਤੋਂ ਅਸੀਂ ਵਿਲਕ ਰਹੇ ਹਾਂ ਸਰਕਾਰਾਂ ਦੇ ਕੋਲੇ, ਭਾਵੇਂ ਉਹ ਕਾਂਗਰਸ ਦੀ ਸਰਕਾਰ ਹੋਵੇ, ਭਾਵੇਂ ਅਕਾਲੀਆਂ ਦੀ ਸਰਕਾਰ ਹੋਵੇ, ਭਾਵੇਂ BJP ਦੀ ਸਰਕਾਰ ਹੋਵੇ, ਸਾਨੂੰ ਅਜੇ ਤੱਕ ਵੀ ਅਸੀਂ ਆਪਣੇ ਹੱਕਾਂ ਤੋਂ ਵਾਂਝੇ ਹਾਂ। ਪਰ ਜਿਹੜੇ ਸਾਡੇ ਧੀਆਂ ਪੁੱਤ ਕੋਈ ਆਪਣੀ ਮੈਰਿਟ ਦੇ ਮੁਤਾਬਕ ਨੌਕਰੀਆਂ ਪ੍ਰਾਪਤ ਕਰ ਚੁੱਕੇ ਆ ਟਕਰਾਓ ਕਰਨ ਲਈ ਔਰ ਮੈਨੂੰ ਜਦੋਂ ਪਤਾ ਲੱਗਾ ਕਿ ਇੱਕ ਲੜਕੀ ਸਾਡੀ ਜਿਹੜੀ ਹੈ ਉਸ ਨੂੰ ਬੁਲਾ ਕੇ ਡਾਕਟਰ ਨੇ ਜਿਹੜੀ ਕਿ ਅੰਦਰ ਕਮਰੇ 'ਚ ਬੁਲਾਇਆ ਉਹਨੂੰ ਕਿਹਾ ਕਿ ਮੈਡਮ ਗੱਲ ਸੁਣਿਓ, ਇਹ ਬਤੌਰ ਮੁਲਾਜ਼ਮ ਹੋਣ ਦੇ ਕਰਕੇ ਡਾਕਟਰ ਦੀ ਗੱਲ ਸੁਣਨ ਗਏ ਦਫ਼ਤਰ ਦੇ ਵਿੱਚ ਤੇ ਡਾਕਟਰ ਨੇ ਜਬਰੀ ਕੁੰਡੀ ਲਾ ਕੇ ਉਸ ਨੇ ਆਪਦਾ ਜਿਹੜੀ ਮਾੜੀ ਹਰਕਤ ਸੋਚੀ ਉਸ ਦਾ ਜਦ ਕਿ ਵਿਰੋਧ ਕੀਤਾ ਇਹਨਾਂ ਨੇ ਤੇ ਮਾਨਯੋਗ ਸੰਬੰਧਤ SMO ਨੂੰ ਜਦੋਂ ਆਪਦੀ ਕਹਾਣੀ ਦੱਸੀ ਵੀ ਮੈਡਮ ਮੇਰੇ ਨਾਲ ਆ ਧੱਕਾ ਹੋਇਆ ਔਰ ਉਸ ਮੈਡਮ ਨੇ ਇਹ ਗੱਲ ਕਹੀ ਕਿ ਤੁਸੀਂ ਆਪਦਾ ਪਰਿਵਾਰ ਬੁਲਾ ਲਓ ਤੇ ਬੁਲਾ ਕੇ ਤੁਹਾਡਾ ਜਿਹੜਾ ਮਸਲਾ ਹੱਲ ਕਰਦੇ ਆ। मैं बतौर एनएम CSC सुजानपुर डिस्ट्रिक्ट पठानकोट से बतौर एनएम ड्यूटी कर रही हूँ। जो डॉक्टर अबे गर्ग जो मेरे ना पिछले लंबे समय तो काफ़ी लंबे समय तो मेरे ना बदसलूकी कर आ रहे हैं करते आ रहे हैं, इस करके मैनू हजे तक भी कोई इंसाफ नहीं मिला। उसकी कार्रवाई इनक्वायरी जी चल रही है, सिविल सर्जन दफ्तर चल रही है, पर हजे तक भी मैनू कोई भी ਇਹਦਾ सही रिजल्ट नहीं मिले हजे तक भी। जो कि मेरे ते झूठे मेरी फैमिली ते सारे ਜਿਹੜੇ ਝੂਠੇ ਆ ਪਰਚੇ ਕੱਟੇ ਗਏ। ਉਹਦੇ ਵਿੱਚ SMO ਮੈਡਮ ਨੇ ਮੇਰੀ ਫੈਮਿਲੀ ਨੂੰ ਖੁਦ ਬੁਲਾਇਆ ਸੀ ਕਿ ਇਸ ਤਰ੍ਹਾਂ ਬੈਠ ਕੇ ਆਪਾਂ ਗੱਲ ਕਰਦੇ ਆ ਡਾਕਟਰ ਸਾਹਿਬ ਨਾਲ। ਉੱਥੇ ਡਾਕਟਰ ਅਬੇ ਗਰਗ ਆ ਕੇ ਉਹਨਾਂ ਨੇ ਸਾਨੂੰ ਗਾਲੀ ਗਲੋਚ ਔਰ ਕੁਰਸੀਆਂ ਮਾਰਨੀਆਂ ਸਟਾਰਟ ਕਰ ਦਿੱਤੀਆਂ। ਉਸ ਤੋਂ ਪਹਿਲਾਂ ਮੈਨੂੰ ਕਮਰੇ 'ਚ ਬੁਲਾ ਕੇ ਕੁੰਡੀ ਵੀ ਬੰਦ ਕੀਤੀ ਗਈ। ਉਹਨਾਂ ਨੇ ਮੇਰੇ ਨਾਲ ਜਿਹੜੀ ਮਾੜੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਵਿੱਚ ਮੈਂ ਆਪਣਾ ਬਚਾਅ ਕਰਕੇ ਬਾਹਰ ਆ ਗਈ ਤੇ ਉਹਨਾਂ ਨੇ ਬਹੁਤ ਘਟੀਆ ਇੱਕ ਸੋਚ ਰੱਖੀ ਹੋਈ ਸੀ ਮੇਰੇ ਨਾਲ ਬਦਸਲੂਕੀ ਕਰਨ ਦੀ। ਉਸ ਤੋਂ ਬਾਅਦ ਡਾਕਟਰ ਅਬੇ ਗਰਗ ਜਦੋਂ ਆਪਣੇ SMO ਮੈਡਮ ਸੀਨੀਅਰ ਮੈਡਮ ਦੇ ਰੂਮ 'ਚ ਗੱਲਬਾਤ ਚੱਲ ਰਹੀ ਸੀ, ਡਾਕਟਰ ਅਬੇ ਆਣ ਕੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਵਰਗੇ ਲੋਕਾਂ ਨੂੰ ਆਪਣੀ ਜੁੱਤੀ ਦੇ ਥੱਲੇ ਰੱਖਦਾ ਆ। ਉਸ ਤੋਂ ਬਾਅਦ ਮੈਂ ਆਪਣਾ ਇਹ ਮਸਲਾ ਲੈ ਕੇ SHO ਸੁਜਾਨਪੁਰ ਥਾਣੇ ਵਿੱਚ ਵੀ ਦਿੱਤਾ। ਉਹਦੀ ਮੇਰੇ ਤੇ ਉਹਨਾਂ ਤੇ ਕੋਈ ਮੌਕੇ ਤੇ ਪਹੁੰਚੀ, ਉਹਨਾਂ ਨੇ ਕੋਈ ਕਾਰਵਾਈ ਜਿਹੜੀ ਡਾਕਟਰ ਅਬੇ ਗਰਗ ਤੇ ਨਹੀਂ ਕੀਤੀ। ਸ਼ਾਮੀ 5:30 ਵਜੇ ਜਾ ਕੇ ਉਹਨਾਂ ਨੇ ਆਪਣੀ ਪੋਲੀਟੀਕਲ ਪ੍ਰੈਸ਼ਰ ਨਾਲ ਜਿਸ ਤਰ੍ਹਾਂ ਵੀ ਕਹਿ ਸਕਦੇ ਆ ਕੁਛ ਕਰਕੇ ਉਹਨਾਂ ਨੇ ਮੇਰੇ ਤੇ ਝੂਠੇ ਜਿਹੜੇ ਆ ਪਰਚੇ ਕਰਵਾਏ ਗਏ ਆ। ਤੇ ਮੈਂ ਆਲ ਇੰਡੀਆ ਟੱਪਰੀ ਬੱਸ ਮੁਕਤ ਜਾਤੀ ਫੈਡਰੇਸ਼ਨ ਪੰਜਾਬ ਜਨਰਲ ਸਕੱਤਰ ਨਛੱਤਰ ਸਿੰਘ ਮਾਲਾ ਔਰ ਮੈਂ ਅੱਜ ਜਿਹੜਾ ਸਾਡਾ ਮੁੱਦਾ ਸੀ ਔਰ ਸਾਡੇ IG ਸਾਹਿਬ ਦੇ ਧਿਆਨ ਵਿੱਚ, ਕਿਉਂਕਿ ਰੇਂਜ ਦੇ IG ਸਾਹਿਬ ਹੈ, ਇਹਨਾਂ ਦੇ ਧਿਆਨ ਵਿੱਚ ਲਿਆਉਣਾ ਸਾਡਾ ਜ਼ਰੂਰੀ ਸੀਗਾ। ਪਹਿਲਾਂ ਅਸੀਂ ਮਾਨਯੋਗ DC ਸਾਹਿਬ SSP ਸਾਹਿਬ ਪਠਾਨਕੋਟ ਔਰ CMO ਸਾਹਿਬ ਦੇ ਧਿਆਨ 'ਚ ਲਿਆਂਦਾ, ਫਿਰ ਅਸੀਂ CM ਸਾਹਿਬ ਦੇ ਔਰ SC ਕਮਿਸ਼ਨ ਦੇ DGP ਸਾਹਿਬ ਦੇ ਹੈਲਥ ਮਿਨਿਸਟਰ ਦੇ ਧਿਆਨ 'ਚ ਲਿਆਂਦਾ। ਇਨਕੁਆਇਰੀ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਡਾਕਟਰ ਦੇ ਖਿਲਾਫ ਔਰ ਸਰਕਾਰ ਨੂੰ ਅਸੀਂ अपील ते दलील आपदी दे चुके हैं और आने वाले समय जे साडा इस तरह मसला ना हल किया, कोई एक्शन ना लिया
ਔਰ ਸਰਕਾਰ ਨੂੰ ਆਉਣ ਵਾਲੇ ਸਮੇਂ 'ਚ ਇਹ ਕਬੀਲੇ ਜਿਹੜੇ ਹੈ ਉਹ ਸੜਕਾਂ ਤੇ ਉਤਰਨਗੇ ਔਰ ਆਪਦਾ ਸੰਘਰਸ਼ ਹੈ ਜਿਹੜਾ ਉਹ ਤੇਜ਼ ਕਰਨਗੇ। ਇਹ ਲੜਕੀ ਨੇ ਬਤੌਰ ਆਲ ਇੰਡੀਆ ਮੁੱਖ ਜਾਤੀ ਫੈਡਰੇਸ਼ਨ ਜਿਹੜੀ ਹੈ ਟੱਪਰੀਵਾਸ ਇਹਨਾਂ ਨੂੰ ਐਫੀਡੇਵਿਟ ਦੇ ਕੇ ਸਾਨੂੰ ਜਾਣੂ ਕਰਾਇਆ, ਹਰਫੀਆ ਬਿਆਨ ਦੇ ਕੇ। ਉਹ ਜਾਣੂ ਦੇ ਮੁਤਾਬਕ ਅਸੀਂ ਪੂਰੀ ਪੰਜਾਬ ਸਰਕਾਰ ਨੂੰ ਉੱਚ ਅਧਿਕਾਰੀਆਂ ਦੇ ਜਿਹੜੇ ਹੈ ਸੰਬੰਧਿਤ ਉਹਨਾਂ ਨੂੰ ਅਸੀਂ ਮੈਮੋਰੈਂਡਮ ਜਿਹੜਾ ਆਪਦਾ ਲੈਟਰ ਪੈਡ ਨਾਲ ਐਫੀਡੇਵਿਟ ਔਰ ਨਾਲ ਜਿਹੜੀ ਉੱਥੇ ਘਟਨਾ ਹੋਈ ਸੀਗੀ ਔਰ ਪ੍ਰੈਸ ਦੇ ਸਾਹਮਣੇ ਉਹ ਵੀਡੀਓ ਜਿਹੜੀ ਹੈ ਉਹ ਅਫਸਰਾਂ ਤੱਕ ਪਹੁੰਚਾ ਰਹੇ ਹਾਂ। ਤੇ ਅੱਜ ਜਿਹੜੀ ਹੈ ਸਾਡੀ ਅੱਜ ਜਿਹੜੀ ਆਵਾਜ਼ ਹੈ ਉਹ ਅਸੀਂ ਆਈਜੀ ਸਾਹਿਬ ਦੇ ਧਿਆਨ ਵਿੱਚ ਲਿਆ ਕੇ ਅਗਲੀ ਕਾਰਵਾਈ ਦਾ ਜਿਹੜਾ ਬਿਲਕੁਲ ਜੀ ਅਸੀਂ ਦਿਨ ਰਾਤ ਕਰ ਰਹੇ ਹਾਂ ਮਿਹਨਤ। ਔਰ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਪਰਸਨਲੀ ਬੇਨਤੀ ਕੀਤੀ ਹੈ ਔਰ ਮੈਂ ਡੀਜੀਪੀ ਸਾਹਿਬ ਨੂੰ ਪਰਸਨਲੀ ਇਸ ਕੇਸ ਦੀ ਮੈਂ ਪੈਰਵਾਈ ਜਿਹੜੀ ਹੈ ਦਿਨ ਰਾਤ ਕਰ ਰਿਹਾ ਔਰ ਪਠਾਨਕੋਟ ਵੀ ਚੰਡੀਗੜ੍ਹ ਵੀ ਅੱਜ ਮੈਂ ਅੰਮ੍ਰਿਤਸਰ ਦੀ ਧਰਤੀ ਤੇ ਵੀ ਆਇਆ। ਕਿਸੇ ਗੱਲ ਤਾਂ ਜਿਹੜੇ ਮੇਰੇ ਕਬੀਲੇ ਭਾਈਚਾਰਾ ਹੈ ਔਰ ਜਿਹੜੀਆਂ ਸਾਡੇ ਭਾਈਚਾਰੇ ਦੇ ਆਮ ਲੋਕ ਹੈ ਆਮ ਧੀਆਂ ਹੈ ਔਰ ਉਹ ਸਾਨੂੰ ਪੂਰਾ ਸਾਥ ਦੇ ਰਹੀ ਹੈ। ਅਗਲਾ ਸਟੈਪ ਅਸੀਂ ਸਾਰੇ ਆਪਣੇ ਕੋਨੇ-ਕੋਨੇ ਦੇ ਜਿੱਥੇ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਲੋਕ ਸਾਡੇ 600 ਕਬੀਲਾ ਹੈ ਪੂਰੇ ਵਰਲਡ ਦੇ ਵਿੱਚ ਜਿਹੜਾ ਫੈਲ ਰਿਹਾ ਹੋਇਆ ਉਹਨਾਂ ਤੱਕ ਆਪਦੀ ਆਵਾਜ਼ ਪਹੁੰਚਾਵਾਂਗੇ ਔਰ ਅਸੀਂ ਇਸ ਧੀ ਨੂੰ ਨਿਆਂ ਦਿਵਾਵਾਂਗੇ। ਔਰ ਜੇਕਰ ਇਹ ਗੱਲ ਸਰਕਾਰ ਨੇ ਕੋਈ ਢਿੱਲ ਮਿਸ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਅਧਿਕਾਰੀ ਨੇ ਢਿੱਲ ਮਿਸ ਕਰਨ ਦੀ ਕੋਸ਼ਿਸ਼ ਕੀਤੀ, ਪੰਜਾਬ ਹਰਿਆਣਾ ਹਾਈ ਕੋਰਟ ਦੀ ਵੀ ਮੇਰੀ ਤਿਆਰੀ ਹੈ ਔਰ ਮੈਂ ਉੱਥੇ ਵੀ ਡੰਡਾ ਖੜਕਾ ਰਿਹਾ, ਉੱਥੇ ਉਹਦਾ ਦਰਵਾਜ਼ਾ ਵੀ ਖੜਕਾ ਕੇ ਜਲਦੀ ਇਹਨਾਂ ਨੂੰ ਜਿਹੜੇ ਭ੍ਰਿਸ਼ਟ ਅਧਿਕਾਰੀ ਹੈ ਜਿਹੜੇ ਗੁੰਡਾਗਰਦੀ ਰਾਜ ਕਰ ਰਹੇ ਹੈ ਉਹਨਾਂ ਨੂੰ ਉੱਥੇ ਮੈਂ ਲੋਕਾਂ ਦੀ ਜਿਹੜੀ ਹੈਗੀ ਹਾਈ ਕੋਰਟ ਦੀ ਕਚਹਿਰੀ 'ਚ ਖੜਾ ਕਰਕੇ ਇਸ ਲੜਕੀ ਨੂੰ ਨਿਆਂ ਦਵਾਉਂਗਾ। ਕਿਸੇ ਪੱਖੋਂ ਨਹੀਂ ਮੈਂ ਢਿੱਲ ਕਰਦਾ।